ਤੁਸੀਂ ਸੁਣ ਰਹੇ ਹੋ ਖਲੀਲ ਜਿਬਰਾਨ ਦਾ ਨਾਵਲ ਟੁੱਟੇ ਖੰਭ। ਅੰਕ 8ਵਾਂ। ਇਹਨਾਂ ਦਿਨਾਂ ਵਿੱਚ ਵਿਆਹ ਮਜ਼ਾਕ ਹੀ ਹੈ ਜਿਸ ਦਾ ਪ੍ਰਬੰਧ ਨੌਜਵਾਨਾਂ ਅਤੇ ਮਾਪਿਆਂ ਦੇ ਹੱਥ ਹੈ। ਬਹੁਤ ਸਾਰੇ ਮੁਲਕਾਂ ਵਿੱਚ ਨੌਜਵਾਨ ਜਿੱਤ ਜਾਂਦੇ ਤੇ ਮਾਪੇ ਹਾਰ ਜਾਂਦੇ ਹਨ। ਔਰਤ ਨੂੰ ਇੱਕ ਵਸਤੂ ਸਮਝਿਆ ਜਾਂਦਾ ਹੈ ਜੋ ਇੱਕ ਘਰ ਤੋਂ ਦੂਜੇ ਘਰ ਖਰੀਦੀ ਤੇ ਦਿੱਤੀ ਜਾਂਦੀ ਹੈ। ਜਦੋਂ ਉਸਦਾ ਜੋਬਨ ਢਲ ਜਾਂਦਾ ਹੈ ਤਾਂ ਪੁਰਾਣੇ ਫਰਨੀਚਰ ਵਾਂਗ ਘਰ ਦੇ ਇੱਕ ਕੋਨੇ ਵਿੱਚ ਰੱਖ ਦਿੱਤਾ ਜਾਂਦਾ ਹੈ। ਆਧੁਨਿਕ ਸੱਭਿਅਤਾ ਨੇ ਔਰਤ ਨੂੰ ਕੁਝ ਸੂਝਵਾਨ ਬਣਾ ਦਿੱਤਾ ਹੈ, ਪਰ ਪੁਰਸ਼ ਦੀ ਹਵਸ ਨੇ ਉਸ ਦੇ ਦੁੱਖਾਂ ਵਿੱਚ ਵਾਧਾ ਕਰ ਦਿੱਤਾ ਹੈ। ਕੱਲ੍ਹ ਦੀ ਔਰਤ ਇੱਕ ਖੁਸ਼ ਰਹਿਣੀ ਪਤਨੀ ਸੀ, ਪਰ ਅੱਜ ਦੀ ਔਰਤ ਦੁੱਖਾਂ ਵਿੱਚ ਪਿਸ ਰਹੀ ਨੌਕਰਾਨੀ ਹੈ। ਪਹਿਲਾਂ ਉਹ ਰੌਸ਼ਨੀ ਹੁੰਦਿਆਂ ਵੀ ਅੰਨ੍ਹੇਵਾਹ ਬਿਨਾਂ ਸੋਚੇ ਸਮਝੇ ਚੱਲਦੀ ਸੀ, ਜਦੋਂ ਕਿ ਹੁਣ ਉਹ ਹਨੇਰੇ ਵਿੱਚ ਵੀ ਚੇਤਨ ਹੋ ਕੇ ਤੁਰਦੀ ਹੈ। ਉਹ ਆਪਣੇ ਭੋਲੇਪਣ ਵਿੱਚ ਖੂਬਸੂਰਤ, ਸਾਦੇਪਣ ਵਿੱਚ ਨੇਕ ਅਤੇ ਕਮਜ਼ੋਰੀ ਵਿੱਚ ਤਾਕਤਵਰ ਸੀ, ਪਰ ਅੱਜ ਸੂਖਮ ਬੁੱਧੀ ਹੁੰਦਿਆਂ ਵੀ ਬਦਸੂਰਤ ਤੇ ਗਿਆਨਵਾਨ ਹੁੰਦਿਆਂ ਵੀ ਬਨਾਵਟ ਭਰੀ ਤੇ ਭਾਵਨਾਵਾਂ ਤੋਂ ਹੀਨ ਬਣ ਗਈ ਹੈ। ਕੀ ਉਹ ਦਿਨ ਆਏਗਾ ਜਦੋਂ ਇੱਕ ਔਰਤ ਵਿੱਚ ਜੋਬਨ ਤੇ ਸੂਝ-ਬੂਝ, ਸੂਖਮ ਬੁੱਧੀ ਤੇ ਨੈਤਿਕਤਾ ਅਤੇ ਸਰੀਰਕ ਕਮਜ਼ੋਰੀ ਤੇ ਆਤਮਾ ਦੀ ਮਜ਼ਬੂਤੀ ਦਾ ਸੁਮੇਲ ਹੋਵੇਗਾ? ਮੈਂ ਉਹਨਾਂ ਲੋਕਾਂ ਵਿੱਚੋਂ ਹਾਂ ਜੋ ਮੰਨਦੇ ਹਨ ਕਿ ਆਤਮਿਕ ਉੱਚਤਾ ਮਨੁੱਖੀ ਜੀਵਨ ਦਾ ਨਿਯਮ ਹੈ, ਪਰ ਪੂਰਨਤਾ ਤੱਕ ਪਹੁੰਚਣ ਦੀ ਗਤੀ ਧੀਮੀ ਤੇ ਤਕਲੀਫਦੇਹ ਹੈ। ਜੇ ਇੱਕ ਔਰਤ ਆਪਣੇ ਆਪ ਨੂੰ ਇੱਕ ਪਾਸੇ ਉੱਚਾ ਚੁੱਕਦੀ ਹੈ ਪਰ ਦੂਜੇ ਪਾਸੇ ਹੇਠਾਂ ਵੱਲ ਨੂੰ ਡਿੱਗਦੀ ਹੈ, ਇਸ ਦਾ ਕਾਰਨ ਹੈ ਉੱਬੜ-ਖਾਬੜ ਰਸਤਾ ਜੋ ਪਹਾੜ ਦੀ ਚੋਟੀ ਵੱਲ ਨੂੰ ਜਾਂਦਾ ਹੈ, ਪਰ ਚੋਰ ਉਚੱਕਿਆਂ ਤੇ ਭੇੜੀਏ ਆਦਿ ਜਾਨਵਰਾਂ ਕਾਰਨ ਖਤਰਨਾਕ ਹੁੰਦਾ ਹੈ। ਅਜੋਕੀ ਨਸਲ ਚੇਤਨ ਅਤੇ ਅਵਚੇਤਨ ਹਾਲਤ ਵਿੱਚ ਵਿਚਰ ਰਹੀ ਹੈ। ਇਸ ਦੇ ਹੱਥਾਂ ਵਿੱਚ ਬੀਤੇ ਦੀ ਰਾਖ ਤੇ ਭਵਿੱਖ ਦੇ ਬੀਜ ਫੜੇ ਹੋਏ ਹਨ। ਪਰ ਹਰ ਦੇਸ਼ ਦੀ ਔਰਤ ਵਿੱਚੋਂ ਭਵਿੱਖ ਦੀ ਝਲਕ ਨਜ਼ਰੀ ਪੈਂਦੀ ਹੈ। ਬੇਰੂਤ ਸ਼ਹਿਰ ਵਿੱਚ ਸਲਮਾ ਕਰੀਮ ਪੂਰਬ ਦੇਸ਼ ਦੀਆਂ ਔਰਤਾਂ ਦਾ ਚਿੰਨ੍ਹ ਰੂਪ ਸੀ, ਉਹਨਾਂ ਵਾਂਗ ਜੋ ਆਪਣੇ ਸਮੇਂ ਤੋਂ ਅੱਗੇ ਵਿਚਰਦੀਆਂ ਹਨ, ਪਰ ਉਹ ਵਰਤਮਾਨ ਦਾ ਸ਼ਿਕਾਰ ਹੋ ਗਈ। ਉਸ ਦੀ ਹਾਲਤ ਹਾਰੇ ਹੋਏ ਦੁਖੀ ਮਨੁੱਖ ਵਾਲੀ ਸੀ, ਜਾਂ ਜਿਵੇਂ ਕੋਈ ਫੁੱਲ ਟਾਹਣੀ ਨਾਲੋਂ ਟੁੱਟ ਕੇ ਦਰਿਆ ਦੀ ਲਹਿਰ ਵਿੱਚ ਵਹਿ ਗਿਆ ਹੋਵੇ। ਮਨਸੂਰ ਬੇਗਾਲਿਬ ਅਤੇ ਸਲਮਾ ਵਿਆਹ ਬੰਧਨ ਵਿੱਚ ਬੱਝ ਗਏ ਅਤੇ ਰਸ ਬੈਰੂਤ ਵਿਖੇ ਖੂਬਸੂਰਤ ਘਰ ਵਿੱਚ ਇਕੱਠੇ ਰਹਿਣ ਲੱਗੇ, ਜਿੱਥੇ ਅਮੀਰਜ਼ਾਦੇ ਤੇ ਵੱਡੇ-ਵੱਡੇ ਲੋਕ ਰਹਿੰਦੇ ਸਨ। ਫੈਰਸ ਅਫੰਦੀ ਆਪਣੇ ਘਰ ਬਾਗ ਦੇ ਫੁੱਲਾਂ ਵਿੱਚ ਕੱਲਮ-ਕੱਲਾ ਰਹਿ ਗਿਆ, ਜਿਵੇਂ ਚਰਵਾਹਾ ਆਪਣੇ ਇੱਜੜ ਵਿੱਚ। ਵਿਆਹ ਦੇ ਦਿਨ ਤੇ ਰਾਤਾਂ ਲੰਘ ਗਈਆਂ, ਪਰ ਸੁਹਾਗ ਮਹੀਨੇ ਦੀਆਂ ਘੜੀਆਂ ਕੁਝ ਅਜਿਹੀਆਂ ਕੌੜੀਆਂ ਕੁਸੈਲੀਆਂ ਯਾਦਾਂ ਛੱਡ ਗਈਆਂ, ਜਿਵੇਂ ਜੰਗ ਪਿੱਛੋਂ ਮੈਦਾਨ ਵਿੱਚ ਖੋਪੜੀਆਂ ਤੇ ਮੁਰਦਾ ਹੱਡੀਆਂ ਰਹਿ ਜਾਂਦੀਆਂ ਹਨ। ਸਮਾਜਿਕ ਰੀਤੀ ਰਿਵਾਜ ਤੇ ਸ਼ਾਨ ਨਾਲ ਹੋਇਆ ਵਿਆਹ ਨੌਜਵਾਨ ਲੜਕੇ ਲੜਕੀਆਂ ਨੂੰ ਉਮਾਂ ਨਾਲ ਭਰ ਦਿੰਦਾ ਹੈ, ਪਰ ਇਸ ਦਾ ਅੰਤ ਉਹਨਾਂ ਨੂੰ ਹੇਠਲੀ ਸਤ੍ਹਾ ਤੇ ਲੱਗੇ ਮੀਲ ਪੱਥਰਾਂ ਵਾਂਗ ਲਿਆ ਖੜਾ ਕਰਦਾ ਹੈ। ਉਹਨਾਂ ਦੀ ਖੁਸ਼ੀ ਤੇ ਜੋਸ਼ ਰੇਤ ਉੱਤੇ ਲੱਗੇ ਕਦਮ ਚਿੰਨ੍ਹਾਂ ਵਾਂਗ ਉਦੋਂ ਤੱਕ ਰਹਿੰਦੀ ਹੈ ਜਦੋਂ ਤੱਕ ਲਹਿਰਾਂ ਉਸਨੂੰ ਮਿਟਾ ਨਹੀਂ ਦਿੰਦੀਆਂ। ਬਸੰਤ ਰੁੱਤ ਬੀਤ ਗਈ ਅਤੇ ਇਸੇ ਤਰ੍ਹਾਂ ਹੀ ਗਰਮੀ ਤੇ ਪਤਝੜ, ਪਰ ਸਲਮਾ ਲਈ ਮੇਰਾ ਪਿਆਰ ਦਿਨੋਂ ਦਿਨ ਵੱਧਦਾ ਹੀ ਗਿਆ, ਜਦ ਤੱਕ ਇਹ ਚੁੱਪ ਚਪੀਤੀ ਪੂਜਾ ਦਾ ਰੂਪ ਨਾ ਧਾਰ ਗਿਆ। ਇਹ ਅਜਿਹੀ ਭਾਵਨਾ ਸੀ ਜੋ ਇੱਕ ਯਤੀਮ ਬੱਚੇ ਦੀ ਆਪਣੀ ਮਰ ਚੁੱਕੀ ਮਾਂ ਲਈ ਹੁੰਦੀ ਹੈ। ਮੇਰੀ ਤਾਂਘ ਅਦਿੱਖ ਗਮ ਵਿੱਚ ਬਦਲ ਗਈ, ਜਿਸ ਨੂੰ ਆਪੇ ਤੋਂ ਸਿਵਾਏ ਕੁਝ ਨਜ਼ਰ ਨਹੀਂ ਆਉਂਦਾ, ਤੇ ਉਹ ਭਾਵਨਾ ਜਿਸ ਕਰਕੇ ਮੇਰੀਆਂ ਅੱਖਾਂ ਵਿੱਚ ਹੰਝੂ ਆਉਂਦੇ ਵਿਆਕੁਲਤਾ ਦਾ ਰੂਪ ਧਾਰ ਗਈ, ਜਿਸ ਨੇ ਮੇਰੇ ਜਿਗਰ ਦਾ ਖੂਨ ਚੂਸ ਲਿਆ, ਅਤੇ ਮੇਰੇ ਮੋਹ ਭਰੇ ਹੌਂਕਿਆਂ ਵਿੱਚੋਂ ਇਹੋ ਆਰਜ਼ੂ ਉੱਠਦੀ ਕਿ ਸਲਮਾ, ਉਸਦਾ ਪਤੀ ਅਤੇ ਪਿਤਾ ਸਾਰੇ ਖੁਸ਼ ਤੇ ਸ਼ਾਂਤ ਰਹਿਣ। ਮੇਰੀਆਂ ਆਸ਼ਾਵਾਂ ਤੇ ਪ੍ਰਾਰਥਨਾਵਾਂ ਨਿਰਮੂਲ ਸਨ, ਕਿਉਂਕਿ ਸਲਮਾ ਦਾ ਦੁੱਖ ਅੰਦਰੂਨੀ ਰੋਗ ਸੀ ਜਿਸ ਦਾ ਇਲਾਜ ਕੇਵਲ ਮੌਤ ਸੀ। ਮਨਸੂਰ ਬੇ ਅਜਿਹਾ ਆਦਮੀ ਸੀ ਜਿਸ ਨੂੰ ਜ਼ਿੰਦਗੀ ਦੀ ਸਾਰੀ ਐਸ਼ੋ ਇਸ਼ਰਤ ਸੁਖਾਲੀ ਹੀ ਮਿਲ ਗਈ ਸੀ, ਫਿਰ ਵੀ ਉਸਦੀ ਹਿਰਸ ਵੱਧ ਰਹੀ ਸੀ। ਉਹ ਸੰਤੁਸ਼ਟ ਨਹੀਂ ਸੀ। ਸਲਮਾ ਨਾਲ ਵਿਆਹ ਹੋ ਜਾਣ ਪਿੱਛੋਂ ਉਸਨੇ ਉਸਦੇ ਬੇਸਹਾਰਾ ਤੇ ਇਕੱਲ ਮਾਰੇ ਪਿਤਾ ਵੱਲ ਅਣਗਹਿਲੀ ਵਰਤਣੀ ਸ਼ੁਰੂ ਕਰ ਦਿੱਤੀ ਅਤੇ ਉਸਦੀ ਮੌਤ ਦੀ ਉਡੀਕ ਕਰਨ ਲੱਗਾ।
ਤਾਂ ਕਿ ਉਸ ਦੀ ਦੌਲਤ ਹਾਸਲ ਕਰ ਸਕੇ। ਮਨਸੂਰ ਬੇ ਦਾ ਆਚਰਣ ਤੇ ਸੁਭਾਅ ਆਪਣੇ ਚਾਚਾ ਨਾਲ ਮਿਲਦਾ ਜੁਲਦਾ ਹੀ ਸੀ। ਫਰਕ ਸਿਰਫ ਇਹ ਸੀ ਕਿ ਪਾਦਰੀ ਨੇ ਸਭ ਕੁਝ ਗੁੱਝੇ ਢੰਗ ਨਾਲ ਪਾਦਰੀ ਪੁਣੇ ਦੇ ਚੋਲੇ ਤੇ ਗਲੇ ਵਿੱਚ ਪਾਏ ਈਸਾ ਮਸੀਹ ਦੇ ਕ੍ਰੋਸ ਦੇ ਪਰਦੇ ਪਿੱਛੇ ਪ੍ਰਾਪਤ ਕੀਤਾ, ਜਦੋਂ ਕਿ ਭਤੀਜਾ ਇਹ ਸਭ ਖੁੱਲ੍ਹੇਆਮ ਕਰਦਾ। ਪਾਦਰੀ ਸਵੇਰੇ ਚਰਚ ਜਾਂਦਾ ਅਤੇ ਬਾਕੀ ਦਾ ਸਾਰਾ ਦਿਨ ਵਿਧਵਾਵਾਂ, ਯਤੀਮਾਂ ਤੇ ਸਿੱਧੇ ਸਾਦੇ ਲੋਕਾਂ ਨਾਲ ਹੇਰਾ ਫੇਰੀਆਂ ਕਰਨ ਵਿੱਚ ਬਿਤਾਉਂਦਾ। ਪਰ ਮਨਸੂਰ ਬੇ ਦਾ ਸਾਰਾ ਦਿਨ ਲਿੰਗ ਭੁੱਖ ਦੀ ਪੂਰਤੀ ਤੇ ਮਾੜੀਆਂ ਆਦਤਾਂ ਵਿੱਚ ਬੀਤਦਾ। ਐਤਵਾਰ ਵਾਲੇ ਦਿਨ ਪਾਦਰੀ ਬੁਲੋਸ ਗਾਲਿਬ ਲੋਕਾਂ ਨੂੰ ਉਪਦੇਸ਼ ਦਿੰਦਾ, ਪਰ ਹਫ਼ਤੇ ਦੇ ਬਾਕੀ ਦਿਨ ਉਹ ਆਪਣੇ ਹੀ ਦਿੱਤੇ ਉਪਦੇਸ਼ਾਂ ਉੱਤੇ ਅਮਲ ਨਾ ਕਰਦਾ ਹੋਇਆ ਰਾਜਨੀਤਿਕ ਚਾਲਾਂ ਵਿੱਚ ਰੁੱਝਿਆ ਰਹਿੰਦਾ ਅਤੇ ਆਪਣੇ ਚਾਚੇ ਦੇ ਅਸਰ ਰਸੂਖ ਸਦਕਾ ਮਨਸੂਰ ਬੇ ਨੇ ਆਪਣਾ ਧੰਦਾ ਹੀ ਬਣਾ ਲਿਆ ਕਿ ਚੋਖੀ ਵੱਡੀ ਲੈ ਕੇ ਲੋਕਾਂ ਦੇ ਰਾਜਸੀ ਕੰਮਕਾਜ ਕਢਵਾਣੇ। ਪਾਦਰੀ ਬੁਲੋਸ ਅਜਿਹਾ ਚੋਰ ਸੀ ਜੋ ਰਾਤ ਦੇ ਪਰਦੇ ਹੇਠ ਆਪਣੇ ਆਪ ਨੂੰ ਛੁਪਾ ਕੇ ਰੱਖਦਾ, ਜਦੋਂ ਕਿ ਉਸਦਾ ਭਤੀਜਾ ਮਨਸੂਰ ਬੇ ਦਿਨ ਦੇ ਚਿੱਟੇ ਚਾਨਣ ਵਿੱਚ ਆਕੜ ਨਾਲ ਘੁੰਮਦਾ ਫਿਰਦਾ ਠੱਗ ਸੀ। ਫਿਰ ਵੀ ਪੂਰਬੀ ਕੌਮਾਂ ਦੇ ਲੋਕ ਉਹਨਾਂ ਵਿੱਚ ਇਸ ਤਰ੍ਹਾਂ ਵਿਸ਼ਵਾਸ ਕਰਦੇ ਜਿਵੇਂ ਉਹ ਭੇੜੀਏ ਤੇ ਕਿਸਾਈ ਜੋ ਆਪਣੇ ਦੇਸ਼ ਨੂੰ ਆਪਣੀ ਹਿਰਸ ਕਾਰਨ ਤਬਾਹ ਕਰਦੇ ਅਤੇ ਆਪਣੇ ਗੁਆਂਢੀ ਦੇਸ਼ਾਂ ਨੂੰ ਆੜੇ ਹੱਥੀਂ ਲੈਂਦੇ। ਮੈਂ ਗਰੀਬ ਕੌਮਾਂ ਦੇ ਗੱਦਾਰਾਂ ਬਾਰੇ ਲਿਖ ਕੇ ਪੰਨੇ ਕਿਉਂ ਕਾਲੇ ਕਰ ਰਿਹਾ ਹਾਂ, ਬਜਾਏ ਇਸ ਦੇ ਕਿ ਇੱਕ ਟੁੱਟੇ ਦਿਲ ਵਾਲੀ ਦੁਖੀ ਔਰਤ ਦੀ ਗੱਲ ਕਰਾਂ। ਮੈਂ ਦੱਬੇ ਕੁਚਲੇ ਲੋਕਾਂ ਲਈ ਹੰਝੂ ਕਿਉਂ ਵਹਾ ਰਿਹਾ, ਬਜਾਏ ਇਸ ਦੇ ਕਿ ਇੱਕ ਕਮਜ਼ੋਰ ਔਰਤ ਦੀ ਯਾਦ ਲਈ ਹੰਝੂ ਸੰਭਾਲ ਕੇ ਰੱਖਾਂ ਜਿਸ ਦੀ ਜ਼ਿੰਦਗੀ ਨੂੰ ਮੌਤ ਨੇ ਦਬੋਚ ਲਿਆ ਹੈ। ਪਰ ਪਿਆਰੇ ਪਾਠਕੋ, ਕੀ ਤੁਹਾਨੂੰ ਨਹੀਂ ਲੱਗਦਾ ਕਿ ਅਜਿਹੀ ਔਰਤ ਵੀ ਇੱਕ ਕੌਮ ਵਾਂਗ ਹੈ ਜਿਸ ਨੂੰ ਪਾਦਰੀ ਤੇ ਸ਼ਾਸਕਾਂ ਨੇ ਦਬੋਚਿਆ ਹੋਇਆ ਹੈ? ਕੀ ਤੁਹਾਨੂੰ ਯਕੀਨ ਨਹੀਂ ਕਿ ਅਸਫਲ ਪਿਆਰ ਜੋ ਇੱਕ ਔਰਤ ਨੂੰ ਕਬਰ ਤੱਕ ਲਿਜਾਂਦਾ ਹੈ ਉਸ ਉਪਰਾਮਤਾ ਵਾਂਗ ਹੈ ਜੋ ਧਰਤੀ ਦੇ ਲੋਕਾਂ ਨੂੰ ਆਪਣੇ ਵਿੱਚ ਜਜ਼ਬ ਕਰ ਲੈਂਦਾ ਹੈ? ਇੱਕ ਔਰਤ ਦੀ ਕੌਮ ਲਈ ਉਹੀ ਮਹੱਤਤਾ ਹੈ ਜੋ ਲੈਂਪ ਲਈ ਰੌਸ਼ਨੀ ਦੀ। ਜੇ ਲੈਂਪ ਵਿੱਚ ਤੇਲ ਘੱਟ ਹੋਵੇਗਾ ਤਾਂ ਕੀ ਰੌਸ਼ਨੀ ਘੱਟ ਨਹੀਂ ਜਾਏਗੀ? ਪਤਝੜ ਬੀਤ ਗਈ ਅਤੇ ਤੇਜ਼ ਹਵਾ ਨੇ ਦਰਖਤਾਂ ਤੋਂ ਪੀਲੇ ਪੱਤੇ ਉਡਾ ਮਾਰੇ ਤੇ ਮਾਰੋ ਮਾਰ ਕਰਦੀ ਆ ਰਹੀ ਸਰਦ ਰੁੱਤ ਲਈ ਜ਼ਮੀਨ ਤਿਆਰ ਕਰ ਦਿੱਤੀ। ਮੈਂ ਆਪਣੀ ਹੀ ਸੁਪਨਿਆਂ ਦੀ ਦੁਨੀਆ ਵਿੱਚ ਗਵਾਚਿਆ ਹਾਲਾਂ ਬੇਰੂਤ ਸ਼ਹਿਰ ਵਿੱਚ ਇਕੱਲਾ ਹੀ ਬਿਨਾਂ ਸਾਥੀ ਤੋਂ ਸਾਂ, ਜੋ ਮੇਰੀ ਰੂਹ ਨੂੰ ਆਕਾਸ਼ ਦੀ ਬੁਲੰਦੀ ਤੱਕ ਲਿਜਾਂਦੀ ਤੇ ਫਿਰ ਧਰਤੀ ਦੀ ਹਿੱਕ ਵਿੱਚ ਡੂੰਘਾ ਦਫਨ ਕਰ ਦਿੰਦੀ। ਦੁਖੀ ਆਤਮਾ ਨੂੰ ਇਕਾਂਤ ਵਿੱਚ ਚੈਨ ਮਿਲਦਾ ਹੈ। ਇਸ ਨੂੰ ਭੀੜ ਭੜੱਕੇ ਤੋਂ ਨਫ਼ਰਤ ਹੈ, ਜਿਵੇਂ ਜ਼ਖਮੀ ਹਿਰਨ ਝੁੰਡ ਛੱਡ ਕੇ ਉਦੋਂ ਤੱਕ ਗੁਫਾ ਵਿੱਚ ਰਹਿੰਦਾ ਹੈ ਜਦ ਤੱਕ ਠੀਕ ਨਹੀਂ ਹੋ ਜਾਂਦਾ ਜਾਂ ਮਰ ਨਹੀਂ ਜਾਂਦਾ। ਇੱਕ ਦਿਨ ਮੈਨੂੰ ਪਤਾ ਲੱਗਾ ਕਿ ਫੈਰਸ ਅਫੰਦੀ ਬਿਮਾਰ ਸੀ। ਮੈਂ ਆਪਣੇ ਇਕਾਂਤ ਵਿੱਚੋਂ ਬਾਹਰ ਨਿਕਲਿਆ ਤੇ ਉਸਦੇ ਘਰ ਵੱਲ ਟੁਰ ਪਿਆ। ਨਵੇਂ ਰਾਹ ਵੱਲੋਂ ਸੁਨਸਾਨ ਜੈਤੂਨ ਦੇ ਦਰਖਤਾਂ ਵਿੱਚੋਂ ਮੁੱਖ ਸੜਕ ਨੂੰ ਛੱਡ ਕੇ, ਜਿੱਥੇ ਘੋੜਾ ਗੱਡੀ ਦੇ ਪਹੀਏ ਸ਼ੋਰ ਮਚਾਉਂਦੇ ਸਨ। ਬਜ਼ੁਰਗ ਦੇ ਘਰ ਵੜਦਿਆਂ ਹੀ ਮੈਂ ਵੇਖਿਆ ਕਿ ਫੈਰਸ ਅਫੰਦੀ ਕਮਜ਼ੋਰ ਤੇ ਪੀਲਾ ਬਿਸਤਰੇ ਤੇ ਪਿਆ ਸੀ। ਉਸ ਦੀਆਂ ਅੱਖਾਂ ਅੰਦਰ ਨੂੰ ਧੱਸੀਆਂ ਹੋਈਆਂ, ਦੋ ਡੂੰਘੀਆਂ ਘਾਟੀਆਂ ਜਿਵੇਂ ਦੁਖੀ ਪ੍ਰੇਤ ਲੋਕ ਦੇ ਵਾਸੀਆਂ ਦਾ ਅੱਡਾ ਹੋਣ। ਮੁਸਕਾਨ ਜੋ ਉਸਦੇ ਚਿਹਰੇ ਨੂੰ ਖੁਸ਼ੀ ਦਿੰਦੀ ਸੀ, ਦੁੱਖ ਦਰਦ ਵਿੱਚ ਬਦਲ ਗਈ ਸੀ ਅਤੇ ਉਸਦੇ ਨਰਮ ਹੱਥਾਂ ਦੀਆਂ ਹੱਡੀਆਂ ਇੰਜ ਜਾਪਦੀਆਂ ਜਿਵੇਂ ਤੂਫਾਨ ਸਾਵੇਂ ਕੰਬਦੀਆਂ ਟਾਹਣੀਆਂ। ਜਿਉਂ ਹੀ ਮੈਂ ਉਸ ਕੋਲ ਪਹੁੰਚ ਕੇ ਹਾਲ ਚਾਲ ਪੁੱਛਿਆ, ਉਸਨੇ ਆਪਣਾ ਪੀਲਾ ਜ਼ਰਦ ਚਿਹਰਾ ਮੇਰੇ ਵੱਲ ਕੀਤਾ। ਉਸਦੇ ਕੰਬਦੇ ਹੋਠਾਂ ਉੱਤੇ ਮੁਸਕਾਨ ਜਿਹੀ ਉੱਭਰੀ ਅਤੇ ਉਹ ਕਮਜ਼ੋਰ ਆਵਾਜ਼ ਵਿੱਚ ਬੋਲਿਆ, ਜਾ ਜਾ ਮੇਰੇ ਬੇਟੇ, ਦੂਸਰੇ ਕਮਰੇ ਵਿੱਚ ਜਾ ਕੇ ਸਲਮਾ ਨੂੰ ਹੌਸਲਾ ਦੇ ਅਤੇ ਉਸਨੂੰ ਇੱਧਰ ਮੇਰੇ ਕੋਲ ਲਿਆ ਕੇ ਬਿਠਾ। ਮੈਂ ਨਾਲ ਦੇ ਕਮਰੇ ਵਿੱਚ ਜਾ ਕੇ ਵੇਖਿਆ ਕਿ ਸਲਮਾ ਦੀਵਾਨ ਉੱਤੇ ਲੇਟੀ, ਸਿਰ ਉੱਤੇ ਬਾਹਾਂ ਟਿਕਾਈ, ਸਿਰਹਾਣੇ ਉੱਤੇ ਮੂੰਹ ਭਾਰ ਪਾਈ ਪਈ ਹੋਈ ਸੀ ਤਾਂ ਕਿ ਉਸਦੇ ਪਿਤਾ ਤੱਕ ਉਸਦੀ ਰੋਣ ਦੀ ਆਵਾਜ਼ ਨਾ ਪਹੁੰਚੇ। ਹੌਲੀ ਜਿਹੀ ਉਸ ਕੋਲ ਪਹੁੰਚ ਕੇ ਮੈਂ ਉਸਦਾ ਨਾਂ ਲੈ ਕੇ ਆਵਾਜ਼ ਮਾਰੀ। ਮੇਰੀ ਆਵਾਜ਼ ਵਿੱਚ ਦੁੱਖ ਤੇ ਹਾਵੇ ਭਰੇ ਪਏ ਸਨ। ਉਹ ਡਰ ਕੇ ਹਿੱਲੀ ਜਿਵੇਂ ਕਿਸੇ ਡਰਾਉਣੇ ਸੁਪਨੇ ਕਾਰਨ ਹੜਬੜਾ ਗਈ ਹੋਵੇ। ਉਹ ਉੱਠ ਬੈਠੀ ਤੇ ਮੇਰੇ ਵੱਲ ਟਿਕਟਿਕੀ ਲਾ ਕੇ ਇੰਜ ਵੇਖਣ ਲੱਗੀ ਜਿਵੇਂ ਮੈਂ ਕੋਈ ਭੂਤ ਹਾਂ ਜਾਂ ਇਨਸਾਨ। ਉਹ ਡੂੰਘੀ ਚੁੱਪ ਜਿਸਨੇ ਸਾਨੂੰ ਯਾਦ ਦੇ ਖੰਭਾਂ ਉੱਤੇ ਉਸ ਵਕਤ ਦੀ ਯਾਦ ਦਿਵਾ ਦਿੱਤੀ
ਜਦੋਂ ਅਸੀਂ ਪਿਆਰ ਦੇ ਸਰੂਰ ਵਿੱਚ ਮਸਤ ਸਾਂ, ਪਿੱਛੋਂ ਸਲਮਾ ਨੇ ਆਪਣੇ ਹੰਝੂ ਪੂੰਝੇ ਤੇ ਬੋਲੀ, ਵੇਖ ਵਕਤ ਨੇ ਸਾਨੂੰ ਕਿਵੇਂ ਬਦਲ ਦਿੱਤਾ ਹੈ। ਵੇਖ ਵਕਤ ਨੇ ਕਿਵੇਂ ਸਾਡੀ ਜ਼ਿੰਦਗੀ ਦੇ ਰੁੱਖ ਨੂੰ ਬਦਲ ਕੇ ਸਾਨੂੰ ਤਬਾਹੀ ਦੇ ਮੋੜ ਉੱਤੇ ਲਿਆ ਖੜਾ ਕੀਤਾ ਹੈ। ਇਸੇ ਥਾਂ ਬਸੰਤ ਬਹਾਰ ਨੇ ਸਾਨੂੰ ਪਿਆਰ ਦੇ ਬੰਧਨ ਵਿੱਚ ਬੰਨਿਆ ਸੀ ਅਤੇ ਇਸੇ ਥਾਂ ਨੇ ਸਾਨੂੰ ਮੌਤ ਦੇ ਤਖਤ ਸਾਹਮਣੇ ਲਿਆ ਇਕੱਠਾ ਕੀਤਾ ਹੈ। ਬਹਾਰ ਕਿੰਨੀ ਖੂਬਸੂਰਤ ਸੀ ਅਤੇ ਇਹ ਸਰਦੀ ਕਿੰਨੀ ਭਿਆਨਕ। ਇਹ ਕਹਿੰਦਿਆਂ ਉਸਨੇ ਚਿਹਰੇ ਨੂੰ ਹੱਥਾਂ ਵਿੱਚ ਇੰਜ ਢੱਕ ਲਿਆ ਜਿਵੇਂ ਉਹ ਆਪਣੀ ਨਜ਼ਰ ਨੂੰ ਆਪਣੇ ਸਾਹਮਣੇ ਖੜੇ ਬੀਤੇ ਦੇ ਭੈ ਤੋਂ ਬਚਾ ਰਹੀ ਹੋਵੇ। ਮੈਂ ਉਸਦੇ ਸਿਰ ਉੱਤੇ ਹੱਥ ਰੱਖਦਿਆਂ ਕਿਹਾ, ਆਓ ਸਲਮਾ ਆਓ, ਸਾਨੂੰ ਤੂਫਾਨ ਸਾਵੇਂ ਮਜ਼ਬੂਤ ਮੀਨਾਰ ਬਣ ਕੇ ਖਲੋਣਾ ਚਾਹੀਦਾ ਹੈ। ਸਾਨੂੰ ਦੁਸ਼ਮਣ ਸਾਹਮਣੇ ਬਹਾਦਰ ਸਿਪਾਹੀ ਵਾਂਗ ਉਸਦੇ ਵਾਰ ਦਾ ਸਾਹਮਣਾ ਕਰਨਾ ਚਾਹੀਦਾ ਹੈ। ਜੇ ਅਸੀਂ ਮਾਰੇ ਗਏ ਤਾਂ ਸ਼ਹੀਦ ਦੀ ਮੌਤ ਮਰਾਂਗੇ, ਜੇ ਜਿੱਤ ਗਏ ਤਾਂ ਬਹਾਦਰ ਕਹਾਵਾਂਗੇ। ਚੁੱਪ ਕਰਕੇ ਇੱਕ ਪਾਸੇ ਬੈਠ ਜਾਣ ਨਾਲੋਂ ਰੁਕਾਵਟਾਂ ਤੇ ਔਕੜਾਂ ਦਾ ਮੁਕਾਬਲਾ ਕਰਨਾ ਵਧੇਰੇ ਚੰਗਾ ਹੈ। ਪਤੰਗਾ ਜੋ ਮੌਤ ਤੱਕ ਰੌਸ਼ਨੀ ਦੁਆਲੇ ਮੰਡਰਾਉਂਦਾ ਰਹਿੰਦਾ ਹੈ, ਉਸ ਸ਼ਸ਼ੁੰਦਰ ਨਾਲੋਂ ਚੰਗਾ ਹੈ ਜੋ ਹਨੇਰੀ ਗੁਫਾ ਵਿੱਚ ਵੜੀ ਰਹਿੰਦੀ ਹੈ। ਆਓ ਸਲਮਾ, ਅਸੀਂ ਇਸ ਔਕੜ ਭਰੇ ਰਾਹ ਉੱਤੇ ਮਜ਼ਬੂਤੀ ਕਦਮ ਚੱਲੀਏ ਤੇ ਨਜ਼ਰ ਸੂਰਜ ਵੱਲ ਟਿਕਾਈ ਰੱਖੀਏ ਤਾਂ ਕਿ ਪੱਥਰਾਂ ਤੇ ਝਾੜੀਆਂ ਵਿੱਚ ਸੱਪ ਤੇ ਹੋਰ ਜ਼ਹਿਰੀਲੇ ਕੀੜੇ ਨਾ ਵੇਖੀਏ। ਜੇ ਡਰਦੇ ਮਾਰੇ ਅਸੀਂ ਅੱਧ ਰਾਹ ਵਿੱਚ ਰੁਕ ਗਏ ਤਾਂ ਰਾਤ ਦੀਆਂ ਆਵਾਜ਼ਾਂ ਸਾਡਾ ਮਜ਼ਾਕ ਉਡਾਉਣਗੀਆਂ, ਪਰ ਜੇ ਅਸੀਂ ਬਹਾਦਰੀ ਨਾਲ ਪਹਾੜ ਦੀ ਚੋਟੀ ਉੱਤੇ ਪੁੱਜ ਗਏ ਤਾਂ ਜਿੱਤ ਦੇ ਡੰਕੇ ਵਜਾਉਂਦੇ ਹੋਏ ਆਕਾਸ਼ੀ ਰੂਹਾਂ ਨਾਲ ਜਾ ਮਿਲਾਂਗੇ। ਖੁਸ਼ ਹੋ ਜਾ ਸਲਮਾ, ਹੰਝੂ ਪੂੰਝਦੇ ਅਤੇ ਆਪਣੇ ਚਿਹਰੇ ਤੋਂ ਦੁੱਖ ਦਾ ਪਰਦਾ ਲਾਹ ਸੁੱਟ। ਉੱਠੋ, ਆਪਣੇ ਪਿਤਾ ਕੋਲ ਬੈਠੀਏ, ਕਿਉਂਕਿ ਉਸਦੀ ਜ਼ਿੰਦਗੀ ਤੇਰੀ ਜ਼ਿੰਦਗੀ ਤੇ ਮੁਨਸਰ ਕਰਦੀ ਹੈ ਤੇ ਤੇਰੀ ਮੁਸਕਾਨ ਹੀ ਉਸਦਾ ਇਲਾਜ। ਸੁਖਾਵੀਂ ਤੇ ਪਿਆਰ ਭਰੀ ਨਜ਼ਰ ਨਾਲ ਉਸ ਮੇਰੇ ਵੱਲ ਵੇਖਿਆ ਤੇ ਬੋਲੀ, ਤੂੰ ਮੈਨੂੰ ਸਬਰ ਕਰਨ ਲਈ ਕਹਿ ਰਿਹਾ ਹੈ ਜਦੋਂ ਕਿ ਤੈਨੂੰ ਇਸ ਦੀ ਵਧੇਰੇ ਲੋੜ ਹੈ। ਕੀ ਇੱਕ ਭੁੱਖਾ ਆਦਮੀ ਆਪਣੀ ਰੋਟੀ ਕਿਸੇ ਦੂਸਰੇ ਭੁੱਖੇ ਆਦਮੀ ਨੂੰ ਦੇ ਦੇਵੇਗਾ, ਜਾਂ ਕਿ ਇੱਕ ਬਿਮਾਰ ਆਪਣੀ ਦਵਾਈ ਕਿਸੇ ਦੂਸਰੇ ਨੂੰ ਦੇ ਦੇਵੇਗਾ ਜਿਸ ਦੀ ਉਸਨੂੰ ਆਪ ਸਖਤ ਲੋੜ ਹੈ। ਉਹ ਉੱਠੀ, ਗਰਦਨ ਥੋੜੀ ਜਿਹੀ ਅੱਗੇ ਨੂੰ ਝੁਕੀ ਹੋਈ। ਅਸੀਂ ਦੋਵੇਂ ਬਜ਼ੁਰਗ ਦੇ ਕਮਰੇ ਵਿੱਚ ਜਾ ਕੇ ਉਸਦੇ ਮੰਜੇ ਕੋਲ ਬਹਿ ਗਏ। ਸਲਮਾ ਨੇ ਆਪਣੇ ਚਿਹਰੇ ਉੱਤੇ ਮੁਸਕਾਨ ਲਿਆ ਕੇ ਆਪਣੇ ਆਪ ਨੂੰ ਸਧਾਰਨ ਸਥਿਤੀ ਵਿੱਚ ਲਿਆਉਣ ਦਾ ਯਤਨ ਕੀਤਾ ਤਾਂ ਕਿ ਉਸਦੇ ਪਿਤਾ ਨੂੰ ਵੀ ਯਕੀਨ ਹੋ ਜਾਏ ਕਿ ਉਹ ਪਹਿਲਾਂ ਨਾਲੋਂ ਠੀਕ ਤੇ ਹੌਸਲੇ ਵਿੱਚ ਹੈ। ਪਰ ਦੋਵੇਂ ਬਾਪ ਬੇਟੀ ਇੱਕ ਦੂਜੇ ਦੇ ਗਮ ਤੋਂ ਵਾਕਿਫ ਸਨ ਅਤੇ ਉਹਨਾਂ ਨੂੰ ਬੇਆਵਾਜ਼ ਹੌਂਕਿਆਂ ਦੀ ਆਵਾਜ਼ ਸੁਣਾਈ ਦਿੰਦੀ ਸੀ। ਉਹ ਦੋਵੇਂ ਬਰਾਬਰ ਦੀਆਂ ਤਾਕਤਾਂ ਵਾਂਗ ਸਨ ਜੋ ਚੁੱਪਚਾਪ ਇੱਕ ਦੂਜੇ ਤੋਂ ਫਾਸਲੇ ਤੇ ਖੜੀਆਂ ਹੋਣ। ਬਾਪ ਦਾ ਦਿਲ ਬੇਟੀ ਦੇ ਗਮ ਕਾਰਨ ਉਛਲ ਕੇ ਮੂੰਹ ਨੂੰ ਆ ਰਿਹਾ ਸੀ। ਉਹ ਦੋਵੇਂ ਪਵਿੱਤਰ ਰੂਹਾਂ ਸਨ, ਇੱਕ ਵਿਛੜ ਰਹੀ ਅਤੇ ਦੂਸਰੀ ਗਮ ਕਾਰਨ ਤੜਫ ਰਹੀ ਮੌਤ ਤੇ ਪਿਆਰ ਨੂੰ ਗਲਵੱਕੜੀ ਪਾ ਰਹੀ ਸੀ। ਮੈਂ ਦੁਖੀ ਦਿਲ ਦੋਹਾਂ ਦੇ ਵਿਚਕਾਰ ਦੀ ਸਥਿਤੀ ਵਿੱਚ ਸਾਂ। ਅਸੀਂ ਤਿੰਨੇ ਇਨਸਾਨ ਇਕੱਠੇ ਤਕਦੀਰ ਦੇ ਹੱਥੋਂ ਦੁੱਖਾਂ ਦੀ ਚੱਕੀ ਵਿੱਚ ਪਿਸ ਰਹੇ ਸਾਂ। ਬਜ਼ੁਰਗ ਜੋ ਆਪਣੇ ਘਰ ਹੜ੍ਹ ਰਾਹੀਂ ਬਰਬਾਦ ਹੋਇਆ ਵਾਂਗ ਸੀ, ਨੌਜਵਾਨ ਔਰਤ ਜੋ ਇੱਕ ਲਿੱਲੀ ਫੁੱਲ ਵਾਂਗ ਸੀ, ਤਿੱਖੇ ਨਸ਼ਤਰ ਨਾਲ ਜ਼ਖਮੀ ਹੋਈ ਪਈ, ਅਤੇ ਨੌਜਵਾਨ ਜਿਵੇਂ ਨਵਾਂ ਉੱਗਿਆ ਪੌਦਾ ਬਰਫ਼ ਪੈਣ ਨਾਲ ਝੁਕ ਗਿਆ ਹੋਵੇ। ਅਸੀਂ ਤਿੰਨੇ ਹੀ ਤਕਦੀਰ ਦੇ ਹੱਥਾਂ ਵਿੱਚ ਖਿਡੌਣੇ ਸਾਂ। ਫੈਰਸ ਅਫੰਦੀ ਹੌਲੀ ਜਿਹੀ ਹਿੱਲਿਆ ਤੇ ਆਪਣਾ ਕਮਜ਼ੋਰ ਜਿਹਾ ਹੱਥ ਸਲਮਾ ਵੱਲ ਵਧਾਉਂਦੇ ਹੋਏ ਕੋਮਲ ਤੇ ਪਿਆਰੀ ਆਵਾਜ਼ ਵਿੱਚ ਬੋਲਿਆ, ਮੇਰੀ ਪਿਆਰੀ ਬੇਟੀ, ਮੇਰਾ ਹੱਥ ਫੜ ਲੈ। ਸਲਮਾ ਨੇ ਉਵੇਂ ਹੀ ਕੀਤਾ। ਉਹ ਕਹਿਣ ਲੱਗਾ, ਮੈਂ ਬਹੁਤ ਜੀ ਲਿਆ ਹੈ। ਮੈਂ ਜ਼ਿੰਦਗੀ ਦੀਆਂ ਸਾਰੀਆਂ ਰੁੱਤਾਂ ਮਾਣ ਲਈਆਂ ਹਨ। ਮੈਂ ਧੀਰਜ ਨਾਲ ਹਰ ਹਾਲਤ ਦਾ ਮੁਕਾਬਲਾ ਕੀਤਾ ਹੈ। ਤੂੰ ਹਾਲਾ 3 ਸਾਲ ਦੀ ਹੀ ਸੀ ਕਿ ਤੇਰੀ ਮਾਂ ਗੁਜ਼ਰ ਗਈ ਅਤੇ ਤੈਨੂੰ ਇੱਕ ਕੀਮਤੀ ਖਜ਼ਾਨੇ ਵਾਂਗ ਮੇਰੀ ਝੋਲੀ ਪਾ ਗਈ। ਮੈਂ ਤੈਨੂੰ ਵੱਡਾ ਹੁੰਦੇ ਵੇਖਦਾ ਰਿਹਾ ਅਤੇ ਤੇਰੇ ਚਿਹਰੇ ਵਿੱਚੋਂ ਤੇਰੇ ਮਾਂ ਦੇ ਚਿਹਰੇ ਦੀ ਝਲਕ ਪੈਂਦੀ, ਜਿਵੇਂ ਸ਼ਾਂਤ ਖੜੇ ਪਾਣੀ ਵਿੱਚੋਂ ਤਾਰਿਆਂ ਦੀ। ਤੇਰਾ ਆਚਾਰ ਵਿਹਾਰ, ਸੂਝ-ਬੂਝ ਅਤੇ ਖੂਬਸੂਰਤੀ, ਇੱਥੋਂ ਤੱਕ ਕਿ ਬੋਲ-ਚਾਲ ਦਾ ਤੌਰ ਤਰੀਕਾ ਵੀ ਤੇਰੀ ਮਾਂ ਨਾਲ ਮਿਲਦਾ ਜੁਲਦਾ ਹੈ। ਮੇਰੇ ਜੀਵਨ ਵਿੱਚ ਬਸ ਤੂੰ ਹੀ ਆਪਣੀ ਮਾਂ ਦੀ ਪਰਛਾਈ ਹੈ। ਹੁਣ ਮੈਂ ਬੁੱਢਾ ਹੋ ਗਿਆ ਹਾਂ ਅਤੇ ਮੇਰੀ ਅੰਤਲੀ ਆਰਾਮਗਾਹ ਮੌਤ ਦੇ ਨਰਮ ਖੰਭਾਂ ਵਿਚਕਾਰ ਹੈ। ਹੌਸਲਾ ਕਰ ਮੇਰੀ ਪਿਆਰੀ ਪੁੱਤਰੀ,
ਕਿਉਂਕਿ ਮੈਂ ਤੈਨੂੰ ਜਵਾਨ ਹੁੰਦਿਆਂ ਵੇਖ ਕੇ ਬਹੁਤ ਜੀ ਲਿਆ ਹੈ। ਖੁਸ਼ ਰਹੋ, ਮੈਂ ਮੌਤ ਪਿੱਛੋਂ ਵੀ ਤੇਰੇ ਨਾਲ ਹੀ ਰਹਾਂਗਾ। ਮੈਂ ਤੇਰੇ ਤੋਂ ਅੱਜ ਕੱਲ੍ਹ ਜਾਂ ਪਰਸੋਂ ਕਿਸੇ ਵੀ ਦਿਨ ਵਿਛੜਾਂ, ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਸਾਡੀ ਜ਼ਿੰਦਗੀ ਦੇ ਦਿਨ ਪਤਝੜ ਦੇ ਪੱਤਿਆਂ ਵਾਂਗ ਨਾਸ਼ਵਾਨ ਹਨ। ਮੇਰੀ ਮੌਤ ਦੀ ਘੜੀ ਤੇਜ਼ੀ ਨਾਲ ਨੇੜੇ ਆ ਰਹੀ ਹੈ ਅਤੇ ਮੇਰੀ ਰੂਹ ਤੇਰੀ ਮਾਂ ਦੀ ਰੂਹ ਨੂੰ ਮਿਲਣ ਲਈ ਉਤਾਵਲੀ ਹੋ ਰਹੀ ਹੈ। ਜਦੋਂ ਉਹ ਪਿਆਰੇ ਤੇ ਨਿੱਘੇ ਸ਼ਬਦ ਬੋਲ ਰਿਹਾ ਸੀ, ਉਸਦੇ ਚਿਹਰੇ ਉੱਤੇ ਚਮਕ ਸੀ। ਫਿਰ ਉਸਨੇ ਆਪਣੇ ਸਿਰਹਾਣੇ ਹੇਠ ਹੱਥ ਪਾ ਕੇ ਸੋਨੇ ਦੇ ਫਰੇਮ ਜੜੀ ਛੋਟੀ ਜਿਹੀ ਤਸਵੀਰ ਕੱਢੀ। ਉਸ ਛੋਟੀ ਜਿਹੀ ਫੋਟੋ ਉੱਤੇ ਨਜ਼ਰ ਟਿਕਾਉਂਦਿਆਂ ਉਹ ਕਹਿਣ ਲੱਗਾ, ਆਓ ਸਲਮਾ, ਆਓ ਅਤੇ ਵੇਖੋ ਆਪਣੀ ਮਾਂ ਨੂੰ ਇਸ ਤਸਵੀਰ ਵਿੱਚੋਂ। ਸਲਮਾ ਨੇ ਆਪਣੇ ਹੰਝੂ ਸਾਫ਼ ਕੀਤੇ, ਪੂੰਝੇ ਅਤੇ ਕਾਫੀ ਦੇਰ ਤਸਵੀਰ ਵੱਲ ਵੇਖਣ ਪਿੱਛੋਂ ਉਸ ਬਾਰ-ਬਾਰ ਤਸਵੀਰ ਨੂੰ ਚੁੰਮਿਆ ਅਤੇ ਚੀਕ ਪਈ, ਉਹ ਮੇਰੀ ਪਿਆਰੀ ਮਾਂ, ਉਹ ਮਾਂ, ਅਤੇ ਆਪਣੇ ਕੰਬਦੇ ਹੋਏ ਹੋਠ ਤਸਵੀਰ ਉੱਤੇ ਰੱਖ ਦਿੱਤੇ, ਜਿਵੇਂ ਉਹ ਆਪਣੀ ਰੂਹ ਉਸ ਵਿੱਚ ਫੂਕ ਦੇਣਾ ਚਾਹੁੰਦੀ ਹੋਵੇ। ਮਨੁੱਖਤਾ ਦੇ ਹੋਠਾਂ ਉੱਤੇ ਸਭ ਤੋਂ ਖੂਬਸੂਰਤ ਲਫ਼ਜ਼ ਹੈ ਮਾਂ, ਅਤੇ ਸਭ ਤੋਂ ਖੂਬਸੂਰਤ ਬੁਲਾਉਣ ਢੰਗ ਹੈ ਮੇਰੀ ਮਾਂ। ਇਹ ਲਫ਼ਜ਼ ਆਸ ਤੇ ਪਿਆਰ ਭਰਿਆ ਹੈ। ਮਿੱਠਾ ਤੇ ਨਿੱਘਾ ਸ਼ਬਦ ਦਿਲ ਦੀ ਗਹਿਰਾਈ ਵਿੱਚੋਂ ਨਿਕਲਦਾ ਹੈ। ਮਾਂ ਹੀ ਸਭ ਕੁਝ ਹੈ। ਉਹ ਦੁੱਖ ਵਿੱਚ ਸਾਡਾ ਧੀਰਜ, ਗਮ ਵਿੱਚ ਸਾਡੀ ਆਸ ਅਤੇ ਕਮਜ਼ੋਰੀ ਸਮੇਂ ਸਾਡੀ ਤਾਕਤ ਹੈ। ਉਹ ਪਿਆਰ, ਦਇਆ, ਹਮਦਰਦੀ ਤੇ ਖਿਮਾ ਦੀ ਮੂਰਤ ਹੈ। ਜਿਸ ਦੀ ਮਾਂ ਨਹੀਂ ਰਹਿੰਦੀ, ਉਹ ਉਸ ਪਵਿੱਤਰ ਰੂਹ ਤੋਂ ਵਾਂਝਾ ਹੋ ਜਾਂਦਾ ਹੈ ਜੋ ਹਮੇਸ਼ਾ ਉਸ ਨੂੰ ਆਸ਼ੀਰਵਾਦ ਦਿੰਦੀ ਤੇ ਰੱਖਿਆ ਕਰਦੀ ਹੈ। ਕੁਦਰਤ ਦੀ ਹਰ ਚੀਜ਼ ਮਾਂ ਦੀ ਹੋਂਦ ਦੀ ਗਵਾਹੀ ਭਰਦੀ ਹੈ। ਸੂਰਜ ਧਰਤੀ ਦੀ ਮਾਂ ਹੈ ਤੇ ਗਰਮੀ ਰਾਹੀਂ ਇਸ ਦਾ ਪਾਲਣ ਪੋਸ਼ਣ ਕਰਦੀ ਹੈ। ਇਹ ਰਾਤ ਵੇਲੇ ਉਦੋਂ ਤੱਕ ਬ੍ਰਹਿਮੰਡ ਨੂੰ ਇਕੱਲਿਆਂ ਨਹੀਂ ਛੱਡਦੀ ਜਦ ਤੱਕ ਉਹ ਸਾਗਰ ਦੇ ਗੀਤ, ਪੰਛੀਆਂ ਤੇ ਚਸ਼ਮਿਆਂ ਦੇ ਸੰਗੀਤ ਨਾਲ ਧਰਤੀ ਨੂੰ ਸੁਲਾ ਨਹੀਂ ਦਿੰਦੀ ਤੇ ਪਾਲਦੀ ਪੋਸਦੀ ਹੈ। ਇਹੀ ਦਰਖਤ ਅਤੇ ਫੁੱਲ, ਫਲ ਤੇ ਬੀਜ ਦੀ ਮਾਂ ਹੋ ਨਿਬੜਦੇ ਹਨ ਅਤੇ ਮਾਂ ਸਾਰੀ ਹੋਂਦ ਦੀ ਜੜ ਹੀ ਪਿਆਰ ਤੇ ਸੁੰਦਰਤਾ ਦੀ ਮੂਰਤ, ਸਦੀਵੀ ਆਤਮਾ ਹੈ। ਸਲਮਾ ਕਰੀਮ ਆਪਣੀ ਮਾਂ ਬਾਰੇ ਕੁਝ ਨਹੀਂ ਜਾਣਦੀ, ਕਿਉਂਕਿ ਜਦੋਂ ਉਹ ਮਰੀ ਸਲਮਾ ਹਾਲਾ ਬੱਚੀ ਸੀ। ਪਰ ਸਲਮਾ ਨੇ ਜਦੋਂ ਮਾਂ ਦੀ ਤਸਵੀਰ ਵੇਖੀ ਤਾਂ ਉਹ ਫੁੱਟ-ਫੁੱਟ ਕੇ ਰੋਈ ਤੇ ਚੀਕ ਪਈ, ਓ ਮਾਂ। ਮਾਂ ਸ਼ਬਦ ਸਾਡੇ ਦਿਲਾਂ ਵਿੱਚ ਧੱਸਿਆ ਹੋਇਆ ਹੈ ਅਤੇ ਗਮ ਤੇ ਖੁਸ਼ੀਆਂ ਦੀਆਂ ਘੜੀਆਂ ਵਿੱਚ ਸਾਡੇ ਹੋਠਾਂ ਉੱਤੇ ਇਸ ਤਰ੍ਹਾਂ ਜਾਂਦਾ ਹੈ ਜਿਵੇਂ ਗੁਲਾਬ ਵਿੱਚੋਂ ਖੁਸ਼ਬੂ ਨਿਕਲ ਕੇ ਖੁੱਲ੍ਹੇ ਅਸਮਾਨ ਵਿੱਚ ਹਵਾ ਵਿੱਚ ਜਾ ਕੇ ਮਿਲ ਜਾਂਦੀ ਹੈ। ਸਲਮਾ ਆਪਣੀ ਮਾਂ ਦੀ ਤਸਵੀਰ ਵੱਲ ਵਾਰ-ਵਾਰ ਦੇਖਦੀ ਰਹੀ ਅਤੇ ਚੁੰਮਦੀ ਰਹੀ ਜਦ ਤੱਕ ਕਿ ਉਹ ਆਪਣੇ ਬਾਪ ਦੇ ਬਿਸਤਰੇ ਤੇ ਡਿੱਗ ਨਾ ਪਈ। ਬਜ਼ੁਰਗ ਨੇ ਦੋਹਾਂ ਹੱਥਾਂ ਨਾਲ ਉਸਦਾ ਸਿਰ ਪਲੂਸਿਆ ਤੇ ਬੋਲਿਆ, ਮੇਰੀ ਬੇਟੀ, ਮੈਂ ਤੈਨੂੰ ਸਿਰਫ ਕਾਗਜ਼ ਉੱਤੇ ਖਿੱਚੀ ਹੋਈ ਤੇਰੀ ਮਾਂ ਦੀ ਤਸਵੀਰ ਵਿਖਾਈ ਹੈ। ਹੁਣ ਮੇਰੀ ਗੱਲ ਸੁਣ, ਮੈਂ ਤੈਨੂੰ ਉਸਦੀਆਂ ਗੱਲਾਂ ਸੁਣਾਉਂਦਾ ਹਾਂ। ਉਸਨੇ ਆਪਣਾ ਸਿਰ ਉਤਾਂਹ ਚੁੱਕਿਆ, ਜਿਵੇਂ ਛੋਟਾ ਜਿਹਾ ਬੋਟ ਆਪਣੀ ਮਾਂ ਦੇ ਖੰਭਾਂ ਦੀ ਆਵਾਜ਼ ਸੁਣ ਕੇ ਘੋਂਸਲੇ ਵਿੱਚੋਂ ਗਰਦਨ ਬਾਹਰ ਕੱਢ ਕੇ ਉਸ ਵੱਲ ਉਤਸੁਕਤਾ ਨਾਲ ਵੇਖਦਾ ਹੈ। ਫੈਰਸ ਅਫੰਦੀ ਨੇ ਕਹਿਣਾ ਸ਼ੁਰੂ ਕੀਤਾ, ਤੇਰੀ ਮਾਂ ਤੇਰੀ ਦੇਖਭਾਲ ਕਰ ਰਹੀ ਸੀ ਜਦੋਂ ਉਸਦੇ ਪਿਤਾ ਦਾ ਸਵਰਗਵਾਸ ਹੋ ਗਿਆ। ਉਹ ਉਸਦੀ ਮੌਤ ਵੇਲੇ ਰੋਈ ਚੀਕੀ, ਪਰ ਉਹ ਸਿਆਣੀ ਤੇ ਧੀਰਜ ਵਾਲੀ ਸੀ। ਸੰਸਕਾਰ ਮਗਰੋਂ ਉਹ ਮੇਰੇ ਕੋਲ ਇਸੇ ਕਮਰੇ ਵਿੱਚ ਬੈਠ ਕੇ ਮੇਰਾ ਹੱਥ ਫੜ ਕੇ ਬੋਲੀ, ਫੈਰਿਸ, ਹੁਣ ਮੇਰਾ ਬਾਪ ਨਹੀਂ ਰਿਹਾ। ਇਸ ਦੁਨੀਆ ਵਿੱਚ ਤੂੰ ਹੀ ਮੇਰਾ ਇੱਕੋ ਇੱਕ ਸਹਾਰਾ ਹੈ। ਦਿਲ ਦਾ ਮੋਹ ਦਿਓਦਾਰ ਦੇ ਰੁੱਖ ਦੀਆਂ ਟਾਹਣੀਆਂ ਵਾਂਗ ਵੰਡਿਆ ਹੁੰਦਾ ਹੈ। ਜੇ ਦਰਖਤ ਦੀ ਮਜ਼ਬੂਤ ਸ਼ਾਖ ਕੱਟੀ ਜਾਏ ਤਾਂ ਤਕਲੀਫ ਹੁੰਦੀ ਹੈ, ਪਰ ਇਹ ਖਤਮ ਨਹੀਂ ਹੋ ਜਾਂਦਾ। ਉਹ ਆਪਣੀ ਸਾਰੀ ਤਾਕਤ ਦੂਸਰੀ ਟਾਹਣੀ ਵਿੱਚ ਭਰ ਦਿੰਦਾ ਹੈ ਤਾਂ ਕਿ ਉਹ ਵੱਧ ਫੁੱਲ ਕੇ ਉਸ ਖਾਲੀ ਥਾਂ ਨੂੰ ਭਰ ਦੇਵੇ। ਇਹੀ ਗੱਲ ਤੇਰੀ ਮਾਂ ਨੇ ਮੈਨੂੰ ਉਦੋਂ ਕਹੀ ਜਦੋਂ ਉਸਦਾ ਬਾਪ ਮਰਿਆ ਸੀ, ਤੇ ਇਹੀ ਗੱਲ ਤੂੰ ਕਹਿਣੀ ਹੈ ਜਦੋਂ ਮੈਂ ਮੌਤ ਦੀ ਗੋਦ ਵਿੱਚ ਜਾ ਬਹਾਂਗਾ ਤੇ ਮੇਰੀ ਰੂਹ ਪਰਮਾਤਮਾ ਦੀ ਛਤਰ ਛਾਇਆ ਹੇਠ। ਸਲਮਾ ਨੇ ਵਹਿੰਦੇ ਹੰਝੂਆਂ ਤੇ ਟੁੱਟੇ ਦਿਲ ਨਾਲ ਜਵਾਬ ਦਿੱਤਾ, ਜਦੋਂ ਮੇਰਾ ਨਾਨਾ ਮਰਿਆ ਤਾਂ ਤੁਸੀਂ ਉਸਦੀ ਥਾਂ ਲੈ ਲਈ, ਪਰ ਜਦੋਂ ਤੁਸੀਂ ਨਹੀਂ ਰਹੋਗੇ ਤਾਂ ਤੁਹਾਡੀ ਥਾਂ ਕੌਣ ਲਏਗਾ? ਉਸਦੇ ਸਿਰ ਤੇ ਪਿਆਰੇ ਤੇ ਸੱਚੇ ਪਤੀ ਦਾ ਸਾਇਆ ਸੀ। ਉਸਨੂੰ ਉਸਦੀ ਨੰਨੀ ਬੱਚੀ ਦਾ ਸਹਾਰਾ ਸੀ, ਪਰ ਤੁਹਾਡੇ ਪਿੱਛੋਂ ਮੇਰਾ ਸਹਾਰਾ ਕੌਣ ਬਣੇਗਾ? ਤੁਸੀਂ ਮੇਰੇ ਪਿਤਾ ਤੇ ਮਾਂ ਤੇ ਜਵਾਨੀ ਵਿੱਚ ਸਾਥੀ ਰਹੇ ਹੋ। ਇਹ ਗੱਲ ਕਹਿੰਦਿਆਂ ਉਸਨੇ ਮੁੜ ਕੇ ਮੇਰੇ ਵੱਲ ਵੇਖਿਆ ਤੇ ਮੇਰਾ ਪੱਲੂ ਫੜਦੀ ਹੋਈ ਬੋਲੀ, ਤੁਹਾਡੇ ਪਿੱਛੋਂ ਇੱਕ ਇਹੋ
ਹੀ ਮੇਰਾ ਦੋਸਤ ਹੈ, ਪਰ ਉਹ ਮੈਨੂੰ ਕਿਵੇਂ ਹੌਸਲਾ ਦੇ ਸਕਦਾ ਹੈ ਜਦੋਂ ਕਿ ਉਹ ਦੁੱਖਾਂ ਦਾ ਸਤਾਇਆ ਹੋਇਆ ਹੈ। ਇੱਕ ਟੁੱਟਿਆ ਦਿਲ ਨਿਰਾਸ਼ ਰੂਹ ਕੋਲੋਂ ਕਿਵੇਂ ਸਕੂਨ ਹਾਸਲ ਕਰ ਸਕਦਾ ਹੈ। ਇੱਕ ਦਿਲਗੀਰ ਔਰਤ ਪੜੋਸੀ ਦੇ ਗਮਾਂ ਰਾਹੀਂ ਕਿਵੇਂ ਚੈਨ ਪ੍ਰਾਪਤ ਕਰ ਸਕਦੀ ਹੈ। ਨਾ ਹੀ ਟੁੱਟੇ ਖੰਭਾਂ ਨਾਲ ਕੋਈ ਪੰਛੀ ਉਡਾਰੀ ਲਾ ਸਕਦਾ ਹੈ। ਉਹ ਮੇਰੀ ਆਤਮਾ ਦਾ ਦੋਸਤ ਹੈ, ਪਰ ਮੈਂ ਪਹਿਲਾਂ ਹੀ ਉਸਦੇ ਗਮਾਂ ਦਾ ਇੰਨਾ ਬੋਝ ਲੱਦ ਦਿੱਤਾ ਹੈ ਅਤੇ ਅੱਖਾਂ ਨੂੰ ਇੰਨੇ ਹੰਝੂ ਦੇ ਦਿੱਤੇ ਹਨ ਕਿ ਉਸ ਲਈ ਸਾਰੇ ਪਾਸੇ ਹਨੇਰਾ ਹੀ ਹਨੇਰਾ ਹੈ। ਉਹ ਇੱਕ ਭਰਾ ਹੈ, ਮੇਰਾ ਬਹੁਤ ਪਿਆਰਾ, ਪਰ ਉਹ ਸਾਰੇ ਭਰਾਵਾਂ ਵਾਂਗ ਹੈ ਜੋ ਮੇਰਾ ਗਮ ਵੰਡਾਉਂਦੇ ਤੇ ਹੰਝੂ ਕੇਰਨ ਵਿੱਚ ਮੇਰੀ ਮਦਦ ਕਰਦੇ ਹਨ, ਜਿਸ ਨਾਲ ਮੇਰੇ ਦਿਲ ਦਾ ਭਾਰ ਤੇ ਕੁੜੱਤਣ ਵਿੱਚ ਹੋਰ ਵਾਧਾ ਹੋ ਜਾਂਦਾ ਹੈ। ਸਲਮਾ ਦੇ ਇਹ ਬੋਲ ਮੇਰੇ ਦਿਲ ਨੂੰ ਚੀਰ ਗਏ ਅਤੇ ਮੈਨੂੰ ਲੱਗਿਆ ਕਿ ਮੈਂ ਹੋਰ ਨਹੀਂ ਸਹਿ ਸਕਾਂਗਾ। ਬਜ਼ੁਰਗ ਸਲਮਾ ਦੀਆਂ ਗੱਲਾਂ ਮਾਯੂਸ ਜਿਹਾ ਹੋ ਕੇ ਸੁਣਦਾ ਰਿਹਾ, ਜਿਵੇਂ ਝੱਖੜ ਸਾਵੇਂ ਲੈਂਪ ਦੀ ਲੋ ਕੰਬਦੀ ਹੋਵੇ। ਉਸਨੇ ਆਪਣਾ ਹੱਥ ਅੱਗੇ ਵਧਾ ਕੇ ਤਰਲਾ ਮਾਰਿਆ, ਮੈਨੂੰ ਸ਼ਾਂਤੀ ਨਾਲ ਮਰਨ ਦੇ ਮੇਰੀ ਬੱਚੀ। ਮੈਂ ਇਸ ਪਿੰਜਰੇ ਦੀਆਂ ਸਲਾਖਾਂ ਤੋੜ ਦਿੱਤੀਆਂ ਹਨ। ਮੈਨੂੰ ਜਾਣ ਦੇ, ਰੋਕ ਨਾ। ਤੇਰੀ ਮਾਂ ਮੈਨੂੰ ਬੁਲਾ ਰਹੀ ਹੈ। ਅਸਮਾਨ ਸਾਫ਼ ਹੈ ਤੇ ਸਮੁੰਦਰ ਸ਼ਾਂਤ, ਅਤੇ ਕਿਸ਼ਤੀ ਜਾਣ ਲਈ ਤਿਆਰ ਹੈ। ਸਫ਼ਰ ਲਈ ਦੇਰੀ ਨਾ ਕਰਾਂ। ਮੇਰੇ ਸਰੀਰ ਨੂੰ ਹੋਰ ਸਰੀਰਾਂ ਦੇ ਨਾਲ ਆਰਾਮ ਕਰਨ ਦੇ, ਮੇਰਾ ਸੁਪਨਾ ਖਤਮ ਹੋਣ ਦੇ ਤੇ ਮੇਰੀ ਰੂਹ ਨੂੰ ਪ੍ਰਭਾਤ ਨਾਲ ਜਾਗਰਿਤ। ਆਪਣੀ ਰੂਹ ਨੂੰ ਮੇਰੀ ਰੂਹ ਦੇ ਕਲਾਵੇ ਵਿੱਚ ਆਉਣ ਦੇ ਤੇ ਮੈਨੂੰ ਆਸ ਦਾ ਚੁੰਮਣ ਦੇ। ਮੇਰੇ ਜਿਸਮ ਉੱਤੇ ਦੁੱਖ ਜਾਂ ਗਮ ਦੇ ਹੰਝੂ ਨਾ ਕੇਰੀ, ਤਾਂ ਕਿ ਫੁੱਲ ਤੇ ਘਾਹ ਉਸ ਨੂੰ ਖੁਰਾਕ ਦੇਣ ਤੋਂ ਨਾ ਕਰ ਦੇਣ। ਮੇਰੇ ਹੱਥਾਂ ਉੱਤੇ ਦੁੱਖ ਦੇ ਅਥਰੂ ਨਾ ਵਹਾ, ਕਿਤੇ ਮੇਰੀ ਕਬਰ ਉੱਤੇ ਕੰਡੇ ਨਾ ਉੱਗ ਪੈਣ। ਮੇਰੇ ਮੱਥੇ ਉੱਤੇ ਦਰਦ ਦੀਆਂ ਲਕੀਰਾਂ ਨਾ ਖਿੱਚ, ਤਾਂ ਕਿ ਕਿਧਰੇ ਹਵਾ ਉਹਨਾਂ ਨੂੰ ਪੜ ਕੇ ਮੇਰੀਆਂ ਹੱਡੀਆਂ ਦੀ ਧੂੜ ਨੂੰ ਹਰੇ ਭਰੇ ਬਾਗਾਂ ਵਿੱਚ ਉਡਾ ਕੇ ਲਿਜਾਣ ਤੋਂ ਨਾ ਕਰ ਦੇਵੇ। ਮੈਂ ਤੈਨੂੰ ਪਿਆਰ ਕਰਦਾ ਹਾਂ ਮੇਰੀ ਬੱਚੀ, ਜਦੋਂ ਤੱਕ ਮੈਂ ਜਿਉਂਦਾ ਹਾਂ, ਅਤੇ ਮਰਨ ਪਿੱਛੋਂ ਵੀ ਮੈਂ ਤੈਨੂੰ ਪਿਆਰ ਕਰਦਾ ਰਹਾਂਗਾ ਅਤੇ ਮੇਰੀ ਰੂਹ ਸਦਾ ਤੇਰਾ ਧਿਆਨ ਰੱਖੇਗੀ, ਤੇਰੀ ਰੱਖਿਆ ਕਰੇਗੀ। ਫਿਰ ਅੱਧ ਮੀਚੀਆਂ ਅੱਖਾਂ ਨਾਲ ਫੈਰਸ ਅਫੰਦੀ ਨੇ ਮੇਰੇ ਵੱਲ ਵੇਖਿਆ ਤੇ ਕਿਹਾ, ਮੇਰੇ ਬੇਟੇ, ਸਲਮਾ ਦਾ ਸਕਾ ਭਰਾ ਬਣ ਕੇ ਰਹੀ, ਜਿਵੇਂ ਤੇਰਾ ਪਿਤਾ ਮੇਰਾ ਭਰਾ ਸੀ। ਲੋੜ ਵੇਲੇ ਉਸਦੀ ਦੋਸਤ ਵਾਂਗ ਮਦਦ ਕਰੀ। ਉਹਨੂੰ ਸੋਗ ਨਾ ਮਨਾਉਣ ਦੇਈ, ਕਿਉਂਕਿ ਮਰਿਆਂ ਦਾ ਸੋਗ ਮਨਾਉਣਾ ਗਲਤੀ ਹੈ। ਚੰਗੀਆਂ ਚੰਗੀਆਂ ਗੱਲਾਂ ਕਰਕੇ ਉਸਦਾ ਦਿਲ ਬਹਿਲਾਈ ਤੇ ਜ਼ਿੰਦਗੀ ਦੇ ਗੀਤ ਗਾਈ, ਤਾਂ ਕਿ ਉਹ ਆਪਣੇ ਗਮ ਭੁੱਲ ਜਾਏ। ਤੂੰ ਮੈਨੂੰ ਆਪਣੇ ਪਿਤਾ ਦੀ ਯਾਦ ਕਰਾ ਦਿੱਤੀ ਹੈ। ਉਸਨੂੰ ਦੱਸੀ ਕਿ ਮੈਂ ਆਪਣੀ ਜ਼ਿੰਦਗੀ ਦੇ ਅੰਤਲੇ ਸਾਹਾਂ ਤੱਕ ਉਸਨੂੰ ਉਸਦੇ ਬੇਟੇ ਦੇ ਰੂਪ ਵਿੱਚ ਪਿਆਰਿਆ ਹੈ। ਚੁੱਪ ਛਾ ਗਈ। ਮੈਨੂੰ ਬਜ਼ੁਰਗ ਦੇ ਚਿਹਰੇ ਉੱਤੇ ਮੌਤ ਦੇ ਚਿੰਨ੍ਹ ਨਜ਼ਰ ਆਉਣ ਲੱਗੇ। ਉਸਨੇ ਅੱਖਾਂ ਦੀਆਂ ਪੁਤਲੀਆਂ ਘੁਮਾਈਆਂ ਤੇ ਸਾਡੇ ਵੱਲ ਵੇਖ ਕੇ ਹੌਲੀ ਜਿਹੀ ਬੋਲਿਆ, ਡਾਕਟਰ ਨੂੰ ਨਾ ਬੁਲਾਉਣਾ। ਕਿਧਰੇ ਉਹ ਦਵਾਈ ਦੇ ਕੇ ਮੇਰੀ ਇਸ ਕੈਦ ਨੂੰ ਹੋਰ ਵਧਾ ਨਾ ਦੇਵੇ। ਗੁਲਾਮੀ ਦੇ ਦਿਨ ਗਏ ਅਤੇ ਮੇਰੀ ਰੂਹ ਆਕਾਸ਼ ਵਿੱਚ ਉੱਡਣਾ ਲੋਚਦੀ ਹੈ। ਕਿਸੇ ਪਾਦਰੀ ਨੂੰ ਵੀ ਮੇਰੇ ਨੇੜੇ ਨਾ ਬੁਲਾਉਣਾ, ਕਿਉਂਕਿ ਮੈਂ ਗੁਨੇਗਾਰ ਹਾਂ। ਤਾਂ ਉਸਦੇ ਜਾਦੂ ਮੰਤਰ ਮੈਨੂੰ ਬਚਾ ਨਹੀਂ ਸਕਣਗੇ, ਤੇ ਜੇ ਮੈਂ ਬੇਗੁਨਾਹ ਹਾਂ ਤਾਂ ਇਹ ਮੈਨੂੰ ਸਵਰਗ ਦੇ ਰਾਹ ਨਹੀਂ ਪਾਣਗੇ। ਮਨੁੱਖਤਾ ਦੀ ਇੱਛਾ ਖੁਦਾ ਦੀ ਇੱਛਾ ਨੂੰ ਬਦਲ ਨਹੀਂ ਸਕਦੀ, ਜਿਵੇਂ ਕੋਈ ਜੋਤਸ਼ੀ ਤਾਰਿਆਂ ਦੀ ਦਿਸ਼ਾ ਨਹੀਂ ਬਦਲ ਸਕਦਾ। ਪਰ ਮੇਰੀ ਮੌਤ ਪਿੱਛੋਂ ਡਾਕਟਰਾਂ ਤੇ ਪਾਦਰੀਆਂ ਨੂੰ ਜਿਵੇਂ ਉਹ ਚਾਹੁਣ ਕਰਨ ਦਿਓ। ਉਦੋਂ ਤੱਕ ਮੇਰਾ ਜਹਾਜ਼ ਆਪਣਾ ਸਫ਼ਰ ਜਾਰੀ ਰੱਖੇਗਾ, ਜਦ ਤੱਕ ਆਪਣੇ ਟਿਕਾਣੇ ਤੇ ਪੁੱਜ ਨਹੀਂ ਜਾਂਦੇ। ਅੱਧੀ ਰਾਤ ਨੂੰ ਫੈਰਸ ਅਫੰਦੀ ਨੇ ਥੱਕੀਆਂ ਮੁੰਦੀਆਂ ਅੱਖਾਂ ਆਖਰੀ ਵਾਰ ਖੋਲ੍ਹੀਆਂ ਤੇ ਸਲਮਾ ਉੱਤੇ ਟਿਕਾ ਦਿੱਤੀਆਂ, ਜੋ ਉਸਦੇ ਕੋਲ ਗੋਡਿਆਂ ਭਾਰ ਬੈਠੀ ਸੀ। ਉਸਨੇ ਬੋਲਣ ਦੀ ਕੋਸ਼ਿਸ਼ ਕੀਤੀ, ਪਰ ਬੋਲ ਨਾ ਸਕਿਆ, ਕਿਉਂਕਿ ਮੌਤ ਨੇ ਉਸਦੀ ਆਵਾਜ਼ ਵਿੱਚ ਰੁਕਾਵਟ ਪਾ ਦਿੱਤੀ ਸੀ। ਫਿਰ ਵੀ ਉਹ ਜ਼ੋਰ ਲਾ ਕੇ ਇਹ ਹੀ ਕਹਿ ਸਕਿਆ, ਰਾਤ ਗੁਜ਼ਰ ਗਈ ਹੈ, ਉਹ ਸਲਮਾ, ਉਹ ਸਲਮਾ। ਨਾਲ ਹੀ ਉਸਦੀ ਗਰਦਨ ਲੁਟਕ ਗਈ, ਚਿਹਰਾ ਚਿੱਟਾ ਪੂਣੀ ਹੋ ਗਿਆ ਤੇ ਆਖਰੀ ਸਾਹ ਲੈਂਦਿਆਂ ਮੈਨੂੰ ਜਾਪਿਆ ਜਿਵੇਂ ਉਸਦੇ ਹੋਠਾਂ ਤੇ ਮੁਸਕਾਨ ਹੋਵੇ। ਸਲਮਾ ਨੇ ਆਪਣੇ ਪਿਤਾ ਦਾ ਹੱਥ ਫੜਿਆ। ਇਹ ਠੰਡਾ ਯੱਕ ਸੀ। ਫਿਰ ਉਸਨੇ ਆਪਣਾ ਸਿਰ ਉੱਚਾ ਕਰਕੇ ਉਸਦੇ ਮੂੰਹ ਵੱਲ ਵੇਖਿਆ, ਪਰ ਉਹ ਮੌਤ ਦੇ ਪਰਦੇ ਨਾਲ ਢਕਿਆ ਹੋਇਆ ਸੀ। ਸਲਮਾ ਨੂੰ ਇੰਨਾ ਸਦਮਾ ਪੁੱਜਾ ਕਿ ਉਹ ਰੋ ਵੀ ਨਾ ਸਕੀ, ਨਾ ਹੌਂਕਾ ਭਰਿਆ ਤੇ ਨਾ ਹਿੱਲੀ ਜੁੱਲੀ। ਥੋੜ੍ਹੀ ਦੇਰ ਤਾਂ ਉਹ ਬੁੱਤ ਬਣ ਕੇ ਉਸ ਵੱਲ ਵੇਖਦੀ ਰਹੀ। ਫਿਰ ਉਹ ਝੁਕੀ ਤੇ ਸਿਰ ਜ਼ਮੀਨ ਨੂੰ ਜਾ ਲੱਗਾ ਤੇ ਬੋਲੀ, ਉਹ ਮਾਲਕ, ਦਇਆ ਕਰ ਤੇ ਸਾਡੇ ਟੁੱਟੇ ਖੰਭ ਜੋੜ ਦੇ। ਫੈਰਸ ਅਫੰਦੀ ਕਰੀਮੇ ਮਰ ਗਿਆ। ਉਸਦੀ ਰੂਹ ਸਦੀਵੀ ਰੂਹ ਵਿੱਚ ਆ ਮਿਲੀ ਅਤੇ ਜਿਸਮ ਮਿੱਟੀ ਵਿੱਚ। ਮਨਸੂਰ ਬੇਗਾਲਿਬ
ਸਾਰੀ ਜਾਇਦਾਦ ਦਾ ਮਾਲਕ ਬਣ ਗਿਆ ਤੇ ਸਲਮਾ ਜ਼ਿੰਦਗੀ ਭਰ ਲਈ ਗੁਲਾਮ ਬਣ ਗਈ, ਗਮਾਂ ਤੇ ਦੁੱਖਾਂ ਦੀ ਜ਼ਿੰਦਗੀ ਭੋਗਣ ਲਈ। ਮੈਂ ਗਮ ਤੇ ਫਿਕਰ ਵਿੱਚ ਡੁੱਬ ਗਿਆ। ਦਿਨ ਤੇ ਰਾਤਾਂ ਮੇਰੇ ਉੱਤੇ ਇੰਜ ਝਟਕਦੀਆਂ ਜਿਵੇਂ ਇੱਲ ਆਪਣੇ ਸ਼ਿਕਾਰ ਉੱਤੇ। ਅਨੇਕਾਂ ਵਾਰ ਮੈਂ ਕਿਤਾਬਾਂ ਤੇ ਹੋਰ ਬੀਤੀਆਂ ਨਸਲਾਂ ਦਾ ਸਾਹਿਤ ਪੜ੍ਹਨ ਵਿੱਚ ਉਲਝਾ ਕੇ ਆਪਣੀ ਬਦਕਿਸਮਤੀ ਨੂੰ ਭੁਲਾਉਣ ਦਾ ਯਤਨ ਕੀਤਾ, ਪਰ ਇਹ ਤਾਂ ਤੇਲ ਨਾਲ ਅੱਗ ਨੂੰ ਬੁਝਾਉਣ ਵਾਲੀ ਗੱਲ ਸੀ, ਕਿਉਂਕਿ ਮੈਨੂੰ ਬੀਤੇ ਵਿੱਚੋਂ ਦੁੱਖਾਂ ਤੋਂ ਸਿਵਾਏ ਕੁਝ ਨਜ਼ਰ ਨਾ ਆਉਂਦਾ ਅਤੇ ਰੋਣ ਕੁਰਲਾਉਣ ਤੋਂ ਸਿਵਾਏ ਕੁਝ ਨਾ ਸੁਝਦਾ। ਭਜਨ ਪੁਸਤਕਾਂ ਨਾਲੋਂ ਕੰਮਕਾਜ ਦੀਆਂ ਪੁਸਤਕਾਂ ਵਧੇਰੇ ਦਿਲਚਸਪ ਸਨ ਅਤੇ ਵਧੇਰੇ ਪਸੰਦ ਵੀ। ਪੱਛਮੀ ਲੇਖਕਾਂ ਦੇ ਸਾਰੇ ਨਾਟਕਾਂ ਨਾਲੋਂ ਹੈਮਲੇਟ ਮੇਰੇ ਦਿਲ ਨੂੰ ਵਧੇਰੇ ਟੁੰਬਦਾ ਸੀ। ਇਸ ਤਰ੍ਹਾਂ ਨਿਰਾਸ਼ਾ ਸਾਡੀ ਨਜ਼ਰ ਨੂੰ ਕਮਜ਼ੋਰ ਤੇ ਕੰਨਾਂ ਨੂੰ ਬੰਦ ਕਰ ਦਿੰਦੀ ਹੈ। ਸਾਨੂੰ ਤਬਾਹੀ ਦੀ ਪਰਛਾਈ ਤੋਂ ਬਿਨਾਂ ਕੁਝ ਦਿਸਦਾ ਨਹੀਂ ਅਤੇ ਆਪਣੇ ਦੁਖੀ ਦਿਲ ਦੀ ਆਵਾਜ਼ ਤੋਂ ਸਿਵਾਏ ਕੁਝ ਸੁਣਦਾ ਨਹੀਂ। ਧੰਨਵਾਦ।